ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਨ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਗਨ ਕੇ ਨਾਸਕ ਬਿਗਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ। ਵਾਹਿਗੁਰੂ ਜੀ ਇੱਕ ਪੁਰਿਆਵਾ ਬਹੁਰ ਅਗਾਰੀ, ਜਾਏ ਪਹੁੰਚੇ ਤਾਹੇ ਮਝਾਰੀ। ਰਹਿਣ ਰਹਿਣ ਹਿਤ ਖੋਜਤ ਥਾਏ, ਜਿਨ ਕੀਨੇ ਬ੍ਰਹਮੰਡ ਬਣਾਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ, ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਲ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਪੁਰ ਆਵਾ ਬਹੁਰ ਅਗਾਰੀ, ਜਾਏ ਪਹੁੰਚੇ ਤਾਹੇ ਮਝਾਰੀ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਸੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਪਿੰਡ ਵਿੱਚ ਜਾਂਦੇ ਨੇ ਤੇ ਉੱਥੇ ਬਖਸ਼ਿਸ਼ ਕਰਦੇ ਨੇ, ਵਸਦੇ ਰਹੋ। ਜਿਨ੍ਹਾਂ ਨੇ ਕੋਈ ਸੇਵਾ ਨਹੀਂ ਕੀਤੀ, ਸਗੋਂ ਅਪਮਾਨ ਕਰਕੇ ਕੱਢ ਦਿੱਤਾ, ਉਹਨਾਂ ਨੂੰ ਕਹਿੰਦੇ ਨੇ ਵਸਦੇ ਰਹੋ। ਜਿਨ੍ਹਾਂ ਨੇ ਸਤਿਕਾਰ ਕੀਤਾ ਦੂਸਰੇ ਪਿੰਡ ਵਿੱਚ ਜਾ ਕੇ, ਉਹਨਾਂ ਨੂੰ ਕਹਿੰਦੇ ਨੇ ਉੱਜੜ ਜਾਓ। ਸਤਿਗੁਰੂ ਜੀ ਨੂੰ ਦੋਹਾਂ ਪਿੰਡਾਂ ਦੇ ਉਹਨਾਂ ਲੋਕਾਂ ਨੂੰ ਸਿੱਖੀ ਦੀ ਦਾਤ ਬਖਸ਼ ਕੇ, ਉਪਦੇਸ਼ ਦੇ ਕੇ, ਸਿੱਧੇ ਮਾਰਗ ਤੇ ਪਾ ਕੇ ਅੱਗੇ ਚੱਲੇ ਨੇ। ਤੇ ਮਿੰਟ ਗੁਮਰੀ ਜ਼ਿਲ੍ਹਾ ਹੈ ਪਾਕਿਸਤਾਨ ਦੇ ਵਿੱਚ, ਇੱਥੇ ਸਤਿਗੁਰੂ ਜੀ ਪਹੁੰਚਦੇ ਨੇ। ਇੱਥੇ ਪਿੰਡ ਨੇਪਾਲਪੁਰ ਕਿਹਾ ਗਿਆ ਹੈ ਕਿ ਸਤਿਗੁਰੂ ਜੀ ਇਸ ਪਿੰਡ ਦੇ ਵਿੱਚ ਆਏ ਨੇ। ਰਹਿਣ ਰਹਿਣ ਹਿਤ ਖੋਜਤ ਥਾਏ, ਜਿਨ ਕੀਨੇ ਬ੍ਰਹਮੰਡ ਬਣਾਏ। ਇਹ ਪਿੰਡ ਸੱਤ ਘਰਾਂ ਪਿੰਡ ਨੂੰ ਕਿਹਾ ਜਾਂਦਾ ਹੈ, ਸੱਤ ਹੀ ਘਰ ਸਨ। ਪਰ ਗੁਰੂ ਸਾਹਿਬ ਜੀ ਉਸ ਸੱਤਾਂ ਘਰਾਂ ਦੇ ਵਿੱਚ ਰਹਿਣ ਵਾਸਤੇ ਥਾਂ ਲੱਭ ਰਹੇ ਨੇ, ਜਿਹੜੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਬ੍ਰਹਮੰਡਾਂ ਦੇ ਮਾਲਕ ਨੇ, ਆਪ ਬ੍ਰਹਮੰਡ ਬਣਾਉਣ ਵਾਲੇ ਨੇ। ਉਹ ਧੰਨ ਗੁਰੂ ਨਾਨਕ ਸਾਹਿਬ ਜੀ ਅੱਜ ਰਾਤ ਕੱਟਣ ਵਾਸਤੇ ਥਾਂ ਲੱਭ ਰਹੇ ਨੇ। ਤਹਾਂ ਬਸੇਰਾ ਦੇਤ ਨ ਕੋ, ਬੈਠੇ ਜਹਾਂ ਉਠਾਵੇਂ ਸੋ। ਘਰ ਤੇ ਸੱਤ ਨੇ, ਪਰ ਇਹਨਾਂ ਦੇ ਕੋਲ ਇੱਕ ਅਮੀਰੀ ਹੈ ਤੇ ਦੂਜੇ ਮੰਦਮਤੀ ਨੇ। ਔਰ ਜਿਹੜਾ ਰੁਪਈਆ ਪੈਸਾ ਜਦੋਂ ਫਿਰ ਦਿਮਾਗ ਨੂੰ ਚੜ੍ਹ ਜੇ, ਦਿਮਾਗ ਖਰਾਬ ਕਰਦਾ ਹੀ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿੱਥੇ ਵੀ ਬੈਠਦੇ ਨੇ, ਇਹ ਕੋਈ ਨਾ ਕੋਈ ਆ ਕੇ ਉਠਾ ਦਿੰਦਾ ਹੈ। ਰਾਤ ਰਹਿਣ ਵਾਸਤੇ ਥਾਂ ਕੋਈ ਨਹੀਂ ਦਿੰਦਾ। ਮੰਦ ਮਤੇ ਪਿਕ ਨਰ ਤੇ ਥਾਏ, ਪੁਰਤੇ ਵਹਿਰ ਪ੍ਰਭੂ ਪੁਨ ਆਏ। ਤੇ ਸਤਿਗੁਰੂ ਜੀ ਜਾਣਦੇ ਨੇ ਇਹ ਵੀ ਮੰਦਮਤੀ ਨੇ। ਜਿੱਥੇ ਬੈਠਦੇ ਨੂੰ ਉਠਾਉਂਦੇ ਨੇ। ਇੱਕ ਨੇ ਆ ਕੇ ਇਸ਼ਾਰਾ ਕੀਤਾ, ਜੇ ਰਾਤ ਰਹਿਣਾ ਹੀ ਹੈ ਨਾ, ਤੇ ਇਹ ਸਾਡੇ ਘਰ ਨੇ। ਇਹਨਾਂ ਘਰਾਂ ਦੇ ਵਿੱਚ ਤੇ ਇੱਕ ਕਹਿ ਲਈਏ ਸਾਡਾ ਮਤਾ ਹੈ ਕਿ ਬਾਹਰ ਦਾ ਕੋਈ ਵੀ ਆ ਕੇ ਇੱਥੇ ਰਾਤ ਰਹਿ ਨਹੀਂ ਸਕਦਾ।
जे रात कटनी तो सामने बाहर एक झुग्गी है, उत्थे जाके देख लो, उत्थे कट लो। हुण धन गुरु नानक साहिब जी पिंड तो वार-वार उस झुग्गी के नेड़े गए ने, पर इस झुग्गी दे विच कौन है? उतो कुष्ट युत एक फकीरा, निस्पासर बहु पावत पीरा। धन गुरु नानक देव सच्चे पातशाह जी जदों झुग्गी के कोल जाके आवाज़ मारते हैं कि भाई अंदर आ जाइए, क्योंकि धन गुरु नानक देव सच्चे पातशाह जी जानते हैं कि इत्थे जिहड़ा भी रहिंदा है वो उठ के आ तो सकता नहीं। एक इत्थे कोड़ी है, कुष्ट का रोग है, इस झुग्गी दे विच उहदा बस है। देख दयानिध करुणा आई, झुग्गे टिक बैठे जग साई। इस कुड़ी वाले वेख के दया दे कर सतगुरु धन गुरु नानक साहिब जी नूं इहदे ते भी दया आई। इस झुग्गी के नेड़े जाके बैठे ने और कवि संतोख सिंह जी ने भावें जिक्र नहीं किया, असल में कोड़ी कौन सी? नरंग नूरीयन का नाम है, इस पिंड का रहने वाला और बहुत अमीर घर का, जिन्हों कहा जाता है कि विगड़िया होया काका सी। विगड़े काके अजकल भी टीवी ते बड़े होंदे ने ना जी। और इन्ना रुपया पैसा कि इहदे नाल जिन्ने मित्र ने सारे भैड़ी मत दे मालक ने। कुसंगत विच पाया माँ प्यो की मौत हो गई, तो जदों तक रुपया पैसा सी यार बेले भी बड़े, क्योंकि सतगुरु जी ने पावन बचन कहा ने जिहड़े मन के पिछे चलण वाले ने, तो मनमुखा की दोस्ती भी केवल रुपये पैसे तक ही सीमित होती है। मनमुखा केरी दोस्ती माया का संबंध, वेखदिया ही भज जान कदे ना पायन बंद। तो जदों इवें दी मुसीबत आ जाए कूड़ वर्गी, फिर बाहर दे ते की घर दे भी बाहर छड्ड के आ गए सन कि किते पिंड वाले होरनां नूं रोग ना लग जाए। और सतगुरु जी ने पावन बचन कहे, जेड़े खाण पीण नूं जदों तक इन्हां नूं दिंदा रहा, केवल एक दी गल नहीं, सारी दुनिया दे विच ऐसा वरतारा है कि जदों तेरे हत्थ विच रुपया पैसा है, खाण पीण दिंदा रहे यार मित्र वाधू, जिन्ने बनाउणे उन्ने बन जाणगे, खाण पीण लई दिंदा रहो बन जाणगे। पर जिद्दण देण जोगा रहा कख ना, जां तूं देना बंद कर दिता, ये केवल छड्ड के नहीं भजणगे। गुरु साहिब जी ने पावन बचन कहे ने, उस जबान दे नाल जिंदे नाल कहंदे सन इहदे वर्गा बंदा चंगा कोई नहीं। चौंक दे विच खलो के गालां भी कड्ढणगे ते इह कहणगे कि इहदे वर्गा माड़ा भी कोई नहीं, सब तो माड़ा ही है। और सतगुरु जी ने पावन बचन कहे ने, जिचर पहनण खावणे तिचर रखण गंढ। पर एक बचन क्या, जिस दिन कसू न होवई तित दिन बोलण गंद। केवल छड्ड के नहीं भजते, फिर गंदा भी बोलते हैं, माड़ा भी कहते हैं। इहदे संगी साथी सारे भज के जो कूड़ होया है, अमीर सी कख नहीं रहा। ये नरंगी नूरा वो है, सतगुरु जी की झुग्गी के कोल जाके बैठे ने। कह फकीर बंद कर दो मोर सपे बना आवत को। इत्थे शब्द भावें फकीर लिखे है क्योंकि कोड़ी है, तो कवि राज ने फकीर शब्द लिख दिता है, असल में है विकारी है। इन्हें हाथ जोड़ के कहा कि मेरे नेड़े तो कोई नहीं होता, मनुख की गल तो छड्डो, खग भागै पिख गिणती क्या नर। तुम आए मोपार करुणा कर। कोई बंदा नेड़े तो कित्थे आना, मेरे को तो पंछी भी वेख के भज जाते हैं। इत्थे तो पंछी भी नेड़े नहीं होते, बंदे तो कित्थों आने ने। पर तुसी मेरे ते किरपा ही करना आए हो, संत स्वरूप लगते हो। इस कोड़ी के घर तुसी आप चल के आए हो। रैन बसेरा करत है थाना, नह पौडे बैठे गत दाना।
ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆਏ ਵੀ ਰਾਤ ਅਸੀਂ ਗੁਜ਼ਾਰਨੀ ਹੈ, ਤੇਰੇ ਕੋਲ ਹੀ ਰਹਿ ਕੇ ਗੁਜ਼ਾਰਨੀ ਹੈ। ਔਰ ਉੱਥੇ ਰਾਤ ਗੁਰੂ ਸਾਹਿਬ ਜੀ ਨੇ ਰਹਿ ਕੇ ਬਤੀਤ ਵੀ ਕੀਤੀ। ਅਸੀਂ ਮਨ ਬਣਾ ਲਿਆ ਕਿ ਤੇਰੇ ਕੋਲ ਹੀ ਰਾਤ ਰਹਿਣਾ ਹੈ, ਰਾਤ ਨੂੰ ਪਰ ਸੁੱਤੇ ਨਹੀਂ। ਕਹਿੰਦੇ ਨਹਿ ਪੌੜੇ ਬੈਠੇ ਗਤ ਦਾਨਾ, ਕਿਉਂਕਿ ਜਿਹੜੀ ਉਹਦੀ ਹਾਲਤ ਸੀ ਸੌਂਦਾ ਤੇ ਉਹਨੇ ਸੀ ਹਾਏ ਹਾਏ ਕੁਰਲਾਟ ਦੇ ਵਿੱਚ। ਤੇ ਕੋੜ ਇਹ ਜਿਹਨੂੰ ਪਿਆ ਹੋਵੇ ਉਹ ਜਾਣਦਾ ਹੈ, ਨਾ ਕੱਪੜੇ ਪਾ ਸਕਦਾ ਨਾ ਲਾ ਸਕਦਾ ਹੈ। ਕੱਪੜੇ ਪਾਏ ਨਾਲ ਚਿਪਕਦੇ ਨੇ, ਕੱਪੜੇ ਲਾਏ ਫਿਰ ਮੱਖੀਆਂ ਤੇ ਮੱਛਰ ਉਹ ਤੰਗ ਕਰਦੀਆਂ ਨੇ। ਗੁਰੂ ਸਾਹਿਬ ਜੀ ਨੇ ਇਸ ਕੂੜੀ ਦਾ ਕੂੜ ਦੂਰ ਕਰਨ ਲਈ, ਇਹਨੂੰ ਸਮੱਤ ਦੇਣ ਲਈ ਰਾਤ ਬੈਠ ਕੇ ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹੋਏ ਇਹਨੂੰ ਗੁਰਮਤਿ ਦਾ ਉਪਦੇਸ਼ ਦਿੰਦਿਆਂ ਹੋਏ ਰਾਤ ਬਤੀਤ ਕੀਤੀ। ਸਭ ਦੇਸ ਪੁਸ਼ਟੇ ਸੰਕਟ ਪਾਵੈ, ਹਾਏ ਹਾਏ ਕਹਿ ਕਹਿ ਬਿਰਲਾਵੈ। ਔਰ ਸਤਿਗੁਰੂ ਜੀ ਦੇ ਵੇਖ ਰਹੇ ਨੇ ਸਾਰੀ ਰਾਤ ਦਾ, ਹਰ ਰੋਜ਼ ਇਸੇ ਤਰ੍ਹਾਂ ਹਾਏ ਹਾਏ ਕਰਦੇ ਕੁਰਲਾਉਂਦਿਆਂ ਬੀਤਦੀ ਹੈ, ਵਿਲਕਦਾ ਸੀ। ਅਰਧ ਨਿਸਾ ਬੀਤੀ ਜਪੇ, ਸਿਰ ਬੇਤੇ ਕੁਲ ਕੇਤ। ਹੁਣ ਕਹਿੰਦੇ ਜਦੋਂ ਅੱਧੀ ਰਾਤ ਬਤੀਤ ਹੋ ਗਈ, ਅੱਧੀ ਰਾਤ ਤੋਂ ਬਾਅਦ ਪੈਰ ਰਾਤ ਰਹਿੰਦਾ ਤੇ ਸਤਿਗੁਰੂ ਜੀ ਹਰ ਵੇਲੇ ਜਾਗਦੇ ਹੀ ਸਨ, ਪਰ ਅੱਜ ਰਾਤ ਸਾਰੀ ਜਾਗ ਕੇ ਕੱਢੀ। ਅੱਧੀ ਰਾਤ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਭਾਈ ਮਰਦਾਨੇ ਨੂੰ ਕਹਿੰਦੇ ਨੇ ਮਰਦਾਨਿਆਂ ਛੇੜਤਾਰ ਬਾਣੀ ਆਈ ਹੈ। ਸ਼ਬਦ ਉਚਾਰਨ ਕੀਣ ਤਬ, ਸੰਕਟ ਕਟਣੇ ਹੇਤ। ਇਸ ਨੁਰੰਗੇ ਨੂਰੇ ਦਾ ਜਿਹੜਾ ਕਸ਼ਟ ਦੂਰ ਕਰਨ ਵਾਸਤੇ, ਕੋੜੀ ਦਾ ਕੂੜ ਦੂਰ ਕਰਨ ਲਈ ਗੁਰੂ ਸਾਹਿਬ ਨੇ ਫਿਰ ਸ਼ਬਦ ਉਚਾਰਨ ਕੀਤਾ। ਤਨਾਸਰੀ ਮਹਲਾ ਪਹਿਲਾ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਹੁਣ ਕੇਵਲ ਇਹ ਜਿਹੜੀ ਬਾਣੀ ਹੈ ਸਤਿਗੁਰੂ ਜੀ, ਕਿਉਂਕਿ ਧੋਕੀ ਬਾਣੀ ਹੈ, ਜੁਗੋ ਜੁਗ ਅਟਲ ਹੈ, ਇਹ ਕੇਵਲ ਉਸ ਕੂੜੀ ਦੇ ਵਾਸਤੇ ਨਹੀਂ। ਇਹ ਕੂੜੀ ਦਾ ਤੇ ਤਨ ਦਾ ਰੋਗ ਹੈ। ਤਨ ਦੇ ਉੱਤੇ ਇੱਕ ਅੱਗ ਐਸੀ ਹੈ ਕਿ ਜਿਹੜੀ ਨਾ ਦਿਨੇ ਨਾ ਰਾਤ ਕਦੇ ਸੌਣ ਨਹੀਂ ਦਿੰਦੀ। ਸਤਿਗੁਰੂ ਦੇ ਪਾਵਨ ਬਚਨ ਸਾਡੇ ਸਾਰਿਆਂ ਲਈ ਹੈ, ਔਰ ਗੁਰੂ ਸਾਹਿਬ ਜੀ ਕਿਰਪਾ ਕਰਕੇ ਸਮਝਾਉਂਦੇ ਵੀ ਨੇ। ਇੱਕ ਤੇ ਤਨ ਦਾ ਰੋਗ ਹੈ, ਇਹਨੂੰ ਕਹਿ ਲਈਏ ਕਿ ਇੱਕ ਤਰ੍ਹਾਂ ਦੀ ਅੱਗ ਹੈ, ਪਰ ਇਵੇਂ ਦੀ ਅੱਗ ਮਨੁੱਖ ਦੇ ਅੰਦਰ ਵੀ ਹੈ, ਔਰ ਕਹਿ ਲਈਏ ਬਹੁਤਾਤ ਵਿੱਚ ਹੈ। ਇਹ ਤਨ ਦਾ ਰੋਗ ਇੱਕ ਰੋਗ ਹੈ, ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਕਿ ਮਨੁੱਖ ਆਪਣੇ ਅੰਦਰ ਝਾਤ ਮਾਰ। ਇੱਕ ਤੇ ਅੱਗ ਇਹ ਬਾਹਰ ਦੀ ਬਲਦੀ ਹੋਈ ਦਿਸਦੀ ਹੋਈ ਅੱਗ ਹੈ ਕਿ ਜਿੰਦੇ ਤੇ ਕੋਈ ਪ੍ਰਸ਼ਾਦਾ ਬਣਾਉਂਦਾ ਹੈ, ਕੋਈ ਅੱਗ ਬਾਲ ਕੇ ਸੇਕਦਾ ਹੈ। ਇੱਕ ਅੱਗ ਇਹ ਦੁੱਖਾਂ ਵਾਲੀ ਹੈ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਇਹਦੇ ਤੋਂ ਬਿਨਾਂ ਹੋਰ ਵੀ ਕਈ ਤਰ੍ਹਾਂ ਦੀਆਂ ਅੱਗੀਆਂ ਨੇ। ਭਾਵੇਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਸਾ ਕੀ ਵਾਰ ਦੇ ਵਿੱਚ ਪਾਵਨ ਬਚਨ ਵੀ ਕਹੇ ਨੇ ਕਿ ਕੇਤੇ ਪਵਨ ਪਾਣੀ ਬਸੰਤਰ। ਬਸੰਤਰ ਦਾ ਅਰਥ ਅੱਗ ਕਿ ਕਈ ਤਰ੍ਹਾਂ ਦੀ ਅੱਗ ਹੈ। ਉਹਨਾਂ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ 4 ਤਰ੍ਹਾਂ ਦੀ ਅੱਗ। ਮੁੱਖ ਰੂਪ ਦੇ ਵਿੱਚ ਜ਼ਰੂਰ ਕਹਿ ਲਈਏ ਕਿ 4 ਤਰ੍ਹਾਂ ਦੀ ਅੱਗ ਨਹੀਂ, 4 ਤਰ੍ਹਾਂ ਦੀਆਂ ਨਦੀਆਂ ਨੇ, ਔਰ ਹਰ ਇੱਕ ਮਨੁੱਖ ਦੇ ਅੰਦਰ ਭਰ ਕੇ ਵਗ ਰਹੀਆਂ ਨੇ। ਕੋਈ ਵਿਰਲਾ ਹੈ ਕਿ ਜਿਹੜਾ ਗੁਰੂ ਦੀ ਕਿਰਪਾ ਲੈ ਕੇ ਇਹਨਾਂ ਦੇ ਵਿੱਚੋਂ ਤਰ ਕੇ ਨਿਕਲ ਜਾਂਦਾ, ਨਹੀਂ ਤਾਂ ਸਾਰੇ ਸੜ ਕੇ ਵਿੱਚ ਆਤਮਿਕ ਜੀਵਨ ਇਹਨਾਂ ਦਾ ਸੜ ਰਿਹਾ ਹੈ। ਉੱਥੇ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ। ਉਹ ਅੱਗ ਕਿਹੜੀ ਹੈ? ਦੇਖੋ, ਇੱਕ 4 ਤਰ੍ਹਾਂ ਦੀ ਅੱਗ ਬਾਹਰ ਮੰਨੀ ਗਈ। ਇੱਕ ਬਲਦੀ ਹੋਈ ਅੱਗ, ਇੱਕ ਉਹ ਜੰਗਲ ਦੀ ਅੱਗ ਜਿਹਨੂੰ ਦਾਵਾ ਅਗਨ ਕਿਹਾ ਗਿਆ, ਇੱਕ ਉਹ ਸਮੁੰਦਰ ਦੇ ਵਿੱਚ ਲੱਗੀ ਹੋਈ ਅੱਗ ਜਿਹਨੂੰ ਬੜਵਾ ਅੱਗ ਕਿਹਾ ਗਿਆ, ਤੇ ਇੱਕ ਅੱਗ ਉਹ ਹੈ ਜਿਹੜੀ ਮਨੁੱਖ ਦੇ ਅੰਦਰ ਪੇਟ ਦੀ ਅੱਗ ਹੈ। ਉਹ ਜਠਰਾਗਣ ਅੱਗ ਜਿਹੜੀ ਛਕੇ ਹੋਏ ਪ੍ਰਸ਼ਾਦੇ ਨੂੰ ਭੋਜਨ ਪਚਾਉਂਦੀ ਹੈ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਕਈ ਤਰ੍ਹਾਂ ਦੀ, ਕੇਵਲ 4 ਤਰ੍ਹਾਂ ਦੀ ਨਹੀਂ।
ਔਰ 4 ਤਰ੍ਹਾਂ ਦੇ ਅੱਗ ਦੀਆਂ ਨਦੀਆਂ ਨੂੰ ਕਿਹੜੀਆਂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਤੇ ਸਮਝਾਇਆ। ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ ਹੰਸ। ਹੰਸ ਵੈਸੇ ਗੁਰਬਾਣੀ ਦੇ ਵਿੱਚ ਕਈ ਤਰੀਕਿਆਂ ਦੇ ਨਾਲ ਆਇਆ। ਹੰਸ ਇੱਕ ਉਹ ਪੰਛੀ ਵੀ ਹੈ ਕਿ ਜਿਹੜਾ ਦੁੱਧ ਦੇ ਵਿੱਚ ਚੁੰਝ ਮਾਰੇ ਤੇ ਦੁੱਧ 'ਚੋਂ ਪਾਣੀ ਅੱਡ ਤੇ ਦੁੱਧ ਅੱਡ ਕਰ ਸਕਦਾ ਹੈ। ਹੰਸ ਦੀ ਤੁਲਨਾ ਸਿੱਖ ਨੂੰ ਵੀ ਦਿੱਤੀ ਗਈ, ਪਰ ਇੱਕ ਹੰਸ ਇੱਥੇ ਅਰਥ ਹੈ ਜਿਹੜੀ ਹਿੰਸਾ ਹੈ, ਕਿਸੇ ਤੇ ਜ਼ੁਲਮ ਕਰਨਾ, ਅਤਿਆਚਾਰ ਕਰਨਾ। ਹੰਸ ਦੇ ਅਤਿਆਚਾਰ ਵਾਲੀ ਅੱਗ ਤੇਰੇ ਅੰਦਰ ਨਦੀ ਭਰ ਕੇ ਵੜ ਰਹੀ ਹੈ। ਜਿਹੜਾ ਹੇਤ ਹੈ, ਜਿਹੜਾ ਲੋਭ ਹੈ, ਇਹਦੀ ਅੱਗ ਹਰ ਕਿਸੇ ਦੇ ਅੰਦਰ ਗੁਰੂ ਸਾਹਿਬ ਜੀ ਕਹਿੰਦੇ ਨੇ 4 ਤਰ੍ਹਾਂ ਦੀ ਭਰ ਕੇ ਵਗ ਰਹੀਆਂ ਨੇ। ਹੰਸ ਹੇਤ ਲੋਭ ਕੋਪ, ਕੋਪ ਗੁੱਸਾ, ਔਰ ਗੁੱਸੇ ਦੀ ਅੱਗ ਤੇ ਐਸੀ ਹੈ ਕਿ ਦੇਖੋ ਸਤਿਗੁਰੂ ਜੀ ਕਿਰਪਾ ਕਰਨ ਕਿ ਹੁਣ ਚੱਲਦੇ ਹੋਏ ਭਾਵੇਂ ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਬਚਨ ਸਾਹਮਣੇ ਆ ਗਏ ਨੇ। ਔਰ ਅੱਜ ਦੀ ਇਹ ਘਟਨਾ, ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਯਤਨ ਕਿਸੇ ਨੇ ਕੀਤਾ, ਬੜਾ ਮਾੜਾ ਕੀਤਾ, ਪਰ ਜਿਵੇਂ ਤਾਂ ਉਹਦੇ ਉੱਤੇ ਜ਼ੁਲਮ ਕੀਤਾ ਗਿਆ, ਉਹ ਉਸ ਤੋਂ ਵੀ ਮਾੜਾ ਕੀਤਾ ਗਿਆ। ਔਰ ਕਿਤੇ ਨਾ ਕਿਤੇ ਦੇਖੋ ਇਹ ਕਹਿਣਾ ਪਏਗਾ, ਜੇ ਸਿੱਖ ਨੂੰ ਇਨਸਾਫ ਮਿਲ ਗਿਆ ਹੁੰਦਾ ਤੇ ਹੋ ਸਕਦਾ ਕਿਤੇ ਕਾਨੂੰਨ ਤੇ ਭਰੋਸਾ ਕਰਕੇ ਕਹਿ ਦਿੰਦਾ ਚਲੋ ਕਾਨੂੰਨ ਦੇ ਹਵਾਲੇ ਕਰ ਦਈਏ, ਪਰ ਇਸ ਤਰ੍ਹਾਂ ਕਿਸੇ ਤੇ ਜ਼ੁਲਮ ਕਰਨਾ, ਅਤਿਆਚਾਰ ਕਰਨਾ, ਇਹ ਕੇਵਲ ਇੱਕ ਦੀ ਗੱਲ ਨਹੀਂ, ਭਾਵੇਂ ਕਾਰਨ ਕੋਈ ਵੀ ਹੋਵੇ। ਔਰ ਜਦੋਂ ਇਹ ਗੁੱਸਾ ਹੁੰਦਾ ਫਿਰ ਕੁਝ ਨਹੀਂ ਸੁਝਦਾ, ਇਹ ਕੋਈ ਸੁਝਣ ਦਿੰਦਾ ਹੀ ਨਹੀਂ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਇਹਦੇ ਵਿੱਚ ਜਿਹੜਾ ਪੈ ਗਿਆ ਉਹ ਸੜ ਗਿਆ। ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ, ਪਵੈ ਦੱਜੈ ਨਾਨਕਾ, ਤਰੀਐ ਕਰਮੇ ਲੱਗ। ਹੁਣ ਇਹ ਵਿਲਕਦਾ ਸਾਰੀ ਰਾਤ ਤਪ ਰਿਹਾ ਹੈ, ਅੰਦਰ ਤਪਦਾ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ ਅੰਦਰ ਤਪਦਾ ਹੈ, ਕੇਵਲ ਪਈ ਤੇਰੇ ਇਕੱਲੇ ਦਾ ਨਹੀਂ, ਇਹ ਸਾਰੀ ਦੁਨੀਆ ਦਾ ਹਾਲ ਹੈ। ਜਿਉ ਤਪਤ ਹੈ ਪਾਰੋ ਪਾਰ, ਤਪ ਤਪ ਖਪੈ ਬਹੁਤ ਬੇਕਾਰ। ਹਰ ਵੇਲੇ ਤਪ ਰਿਹਾ ਹੈ, ਔਰ ਤਪ ਕੇ ਵਿਕਾਰਾਂ ਕਰਕੇ ਤਪ ਰਹੇ, ਜਿਹੜੇ ਅੰਦਰ ਵਿਕਾਰ ਨੇ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਝਾਤ ਮਾਰ ਕੇ ਦੇਖ ਲਓ, ਕੇਵਲ ਤੇਰੀ ਇਕੱਲੇ ਦੀ ਗੱਲ ਨਹੀਂ, ਸਾਰੀ ਦੁਨੀਆ ਦੇ ਵਿੱਚ ਹੈ। ਸਤਿਗੁਰੂ ਦਾ ਇੱਕ ਪਾਵਨ ਬਚਨ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦਾ, ਕਿ ਦੇਖੋ ਜਿਹੜੇ ਤਪਦੇ ਨੇ ਉਹ ਵਿਲਕਦੇ ਨੇ, ਰੋਂਦੇ ਨੇ, ਤੇ ਕੇਵਲ ਆਮ ਮਨੁੱਖ ਦੀ ਗੱਲ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਨੇ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ। ਉਸ ਪਾਵਨ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਸ਼ਬਦ ਵਰਤੇ ਕਿ ਰੋਵੈ ਦਹਿ ਦਿਸ ਲੰਕ ਗਵਾਏ, ਜਿਨ ਸੀਤਾ ਆਂਦੇ ਡੋਰੂ ਆਏ। ਦਹਿ ਸਿਰ 10 ਸਿਰਾਂ ਵਾਲਾ, ਇਹ ਚਲੋ ਭਾਵੇਂ ਹਿੰਦੂ ਵੀਰਾਂ ਦੀ ਮਨੌਤ ਹੈ ਕਿ ਉਹਦੇ 10 ਸਿਰ ਹੀ ਸਨ, ਪਰ ਜਿਹੜੇ ਗੁਰਮੁਖ ਜਨ ਨੇ, ਵਿਚਾਰਵਾਨ ਨੇ, ਉਹ ਵਿਚਾਰ ਕਰਦੇ ਨੇ ਕਿ 10 ਸਿਰਾਂ ਦਾ ਕੇਵਲ ਇੱਕ ਭਾਵ ਹੁੰਦਾ ਹੈ, ਕਿ ਉਹਦੇ ਵਿੱਚ ਜਿਹੜੀ ਬੁੱਧ ਸੀ ਉਹ ਇੰਨੀ ਸੀ ਕਿ ਸ਼ਾਇਦ 10 ਸਿਰਾਂ ਦੇ ਵਿੱਚ ਵੀ ਨਾ ਹੋ ਸਕਦੀ ਹੋਵੇ। 4 ਵੇਦਾਂ ਦਾ ਗਿਆਤਾ ਕਿਹਾ ਗਿਆ, ਏਡਾ ਵਿਦਵਾਨ। ਔਰ ਅੱਜ ਉਹਦਾ ਦਿਨ ਮਨਾਇਆ ਜਾਂਦਾ, ਉਹਨੂੰ ਸਾੜਿਆ ਜਾਂਦਾ ਹੈ, ਕਿਉਂਕਿ ਏਡਾ ਵਿਦਵਾਨ, ਏਡਾ ਵਿੱਦਿਆ ਲੈ ਕੇ ਵੀ ਉਹ ਵਿੱਦਿਆ ਕਿਸੇ ਕੰਮ ਵੀ ਨਹੀਂ ਆਈ। ਕਿਉਂਕਿ ਜੇ ਵਿੱਦਿਆ ਨੂੰ ਲੈ ਕੇ ਜੀਵਨ ਦੇ ਵਿੱਚ ਲੈ ਕੇ ਨਹੀਂ ਆਉਣਾ, ਕੋਈ ਕਰਮ ਫਿਰ ਕਰਨੇ ਨੇ, ਤੇ ਫਿਰ ਤਾਂ ਪੁਤਲੇ ਸਾੜੇ ਜਾਣੇ ਨੇ। ਔਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਉਸ ਰਾਵਣ ਵਰਗੇ ਨੂੰ ਵੀ ਰੋਣਾ ਪਿਆ ਤੇ ਉਹਦੇ ਪੱਲੇ ਪਿਆ ਕੇ ਸੋਨੇ ਦੇ ਲੰਕਾ ਗਵਾ ਕੇ ਬਹਿ ਗਿਆ, ਕੇਵਲ ਰੋਣਾ ਹੀ ਪੱਲੇ ਪਿਆ। ਔਰ ਅੱਜ ਦਾ ਇਹ ਦਿਨ ਪ੍ਰਤੀਕ ਮੰਨਿਆ ਜਾਂਦਾ ਹੈ ਕਿ ਜਿਹੜੀ ਨੇਕੀ ਦੀ ਹੈ ਉਹ ਬੁਰਾਈ ਦੇ ਉੱਤੇ ਜਿੱਤ ਹੋਈ। ਨੇਕੀ ਤੇ ਬੁਰਾਈ ਦੀ ਲੜਾਈ ਹੈ ਨਾ, ਪਰ ਉਹ ਰਾਵਣ ਕਿਤੇ ਖਤਮ ਥੋੜੀ ਹੋ ਗਏ ਨੇ, ਨਾ ਉਹਨੂੰ ਮਾਰਨ ਵਾਲੇ ਖਤਮ ਹੋਏ, ਨਾ ਉਹ ਰਾਵਣ ਖਤਮ ਹੋਏ, ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਨੇ ਨਾ ਜੀ। ਔਰ ਕਹਿਣਾ ਪੈਂਦਾ ਭਾਵੇਂ ਗੱਲ ਦੂਰ ਤੱਕ ਜਾਏ।
ਉੱਥੇ ਕੁੰਭਕਰਨ ਸੀ ਜਿਹੜਾ ਲੋਕਾਂ ਨੂੰ ਪੈਰਾਂ ਥੱਲੇ ਦੇ ਦੇ ਕੇ ਮਾਰਦਾ ਸੀ, ਤੇ ਅੱਜ ਦੇ ਕੁੰਭਕਰਨ ਗੱਡੀਆਂ ਥੱਲੇ ਦੇ ਦੇ ਕੇ ਮਾਰ ਰਹੇ ਨੇ। ਔਰ ਉਹਨਾਂ ਕੁੰਭਕਰਨਾਂ ਦਾ ਜਿਹੜਾ ਸਾਥ ਦੇਣ ਵਾਲੇ ਉਹ ਕਿਤੇ ਰਾਵਣ ਤੋਂ ਘੱਟ ਥੋੜ੍ਹੀ ਨੇ। ਹੁਣ ਨੇਕੀ ਤੇ ਬੁਰਾਈ ਇਹੀ ਹੈ ਨਾ ਜੀ, ਬਸ ਜਿਹੜਾ ਬੁਰਾ ਕੰਮ ਕਰੇ ਉਹ ਸਮਝ ਲਓ ਕਿ ਉਹ ਰਾਵਣ ਅੱਜ ਵੀ ਨੇ, ਔਰ ਇੱਕ ਥੋੜ੍ਹੀ ਨੇ, ਬਹੁਤ ਨੇ। ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਭਾਈ ਤੇਰੇ ਇਕੱਲੇ ਨੂੰ ਤੈਨੂੰ ਤੇ ਕੂੜ ਦਾ ਰੋਗ ਹੈ, ਤੂੰ ਹਾਏ ਹਾਏ ਤਾਂ ਕਰ ਰਿਹਾ ਹੈ, ਪਰ ਅੰਦਰੋਂ ਦੁਨੀਆ ਤਪ ਰਹੀ, ਸਾਰੇ ਕਰ ਰਹੇ ਨੇ। ਗੁਰੂ ਸਾਹਿਬ ਨੇ ਉੱਥੇ ਅਖੀਰ ਤੇ ਪਾਵਨ ਸ਼ਬਦ ਕਹੇ ਸਨ ਕਿ ਨਾਨਕ ਦੁਖੀਆ ਸਭ ਸੰਸਾਰ। ਭਾਈ ਇਹ ਦੁੱਖ ਤੈਨੂੰ ਇਕੱਲੇ ਨੂੰ ਨਹੀਂ, ਤੈਨੂੰ ਤੇ ਇੱਕ ਤਨ ਦਾ ਦੁੱਖ ਲੱਗਿਆ ਨਾ। ਇਹ ਅੰਦਰੋਂ ਅੰਦਰੇ ਦੁੱਖਾਂ ਨੂੰ ਸਾਰਿਆਂ ਨੇ ਖਾਧਾ ਹੈ, ਜਿੰਦੇ ਮਰਜ਼ੀ ਕੋਲ ਜਾ ਕੇ ਬੈਠ ਕੇ ਦੇਖ। ਉਹ ਸਤਿਗੁਰੂ ਜੀ ਦਾ ਇੱਕ ਪਾਵਨ ਬਚਨ ਹੈ ਕਿ ਕੁਝ ਲੋਕ ਐਸੇ ਨੇ ਜਿਹੜੇ ਵੇਖਣ ਨੂੰ ਲੱਗਦੇ ਨੇ ਬੜੇ ਅਮੀਰ, ਇਹ ਵੀ ਅਮੀਰ ਸੀ, ਬੜਾ ਸੁਖੀ ਸੀ, ਔਰ ਸਤਿਗੁਰੂ ਜੀ ਕਹਿੰਦੇ ਨੇ ਬਸ ਵੇਖਣ ਨੂੰ ਲੱਗਦੇ ਨੇ। ਇਹਨੂੰ ਲੱਗਦਾ ਸੀ ਕਿ ਸੁੱਖ ਨੇ, ਵਿਕਾਰ ਭੋਗਣੇ ਵੀ ਸੁੱਖ ਹੀ ਲੱਗਦਾ ਸੀ, ਪਰ ਅਸਲ ਵਿੱਚ ਉਹ ਵਿਕਾਰ ਭੋਗ ਕੇ ਵਾਜਾ ਤੇ ਇਸੇ ਨਰਕ ਨੂੰ ਮਾਰਦਾ ਸੀ ਨਾ। ਔਰ ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਵੱਡੇ ਵੱਡੇ ਜੋ ਦਿਸੇ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ। ਇੱਕ ਛੋਟੀ ਜਿਹੀ ਗਾਥਾ ਕਹਿ ਕੇ ਇਸ ਸਾਖੀ ਵਾਲੇ ਪਾਸੇ ਫਿਰ ਆਵਾਂ, ਕਿਉਂਕਿ ਰੋਗ ਇਸੇ ਤਰ੍ਹਾਂ ਦੇ ਨੇ। ਇੱਕ ਫਕੀਰ ਰੱਬ ਦੀ ਬੰਦਗੀ ਵੀ ਕਰਦਾ ਹੈ, ਪਰ ਇਵੇਂ ਦੇ ਵੱਡੇ ਵੱਡੇ ਲੋਕਾਂ ਨੂੰ ਵੇਖ ਕੇ, ਵੱਡੇ ਤੋਂ ਭਾਵ ਜਿਹਦੇ ਕੋਲ ਮਾਇਆ ਬਹੁਤ ਹੈ, ਜਿਹੜੇ ਮਾਇਆ ਧਾਰੀ ਨੇ, ਉਹਨਾਂ ਵੱਲੋਂ ਵੇਖ ਕੇ ਇੱਕ ਦਿਨ ਬੰਦਗੀ ਕਰਦਾ ਹੋਇਆ ਰਾਤ ਨੂੰ ਸੌਣ ਤੋਂ ਪਹਿਲਾਂ ਰੱਬ ਨੂੰ ਲਾਂਭੇ ਦਵੇ ਕਿ ਰੱਬਾ ਮੈਨੂੰ ਦੁੱਖ, ਸਾਰੀ ਦੁਨੀਆ ਦੇ ਦੁੱਖ ਮੈਨੂੰ ਦੇ ਦਿੱਤੇ, ਚਲੋ ਦੁੱਖ ਦੇਣੇ ਨੇ ਦੇਈ ਜਾ, ਕੋਈ ਗੱਲ ਨਹੀਂ, ਘੱਟੋ ਘੱਟ ਕਦੇ ਕਦੇ ਸੁੱਖ ਵੀ ਦੇ ਦਿਆ ਕਰ। ਲੋਕ ਕਿੰਨੇ ਸੁਖੀ ਨੇ। ਇਵੇਂ ਦਾ ਲਾਂਭਾ ਦਿੰਦੇ ਹੋਏ ਨੀਂਦ ਆ ਗਈ। ਨੀਂਦ ਦੇ ਵਿੱਚ ਸੁਪਨਾ ਆਇਆ। ਸੁਪਨੇ ਦੇ ਵਿੱਚ ਇਹਨੇ ਇੱਕ ਪੰਡ ਆਪਣੇ ਸਿਰ ਤੇ ਚੁੱਕੀ, ਤੁਰਿਆ ਜਾਵੇ ਰਾਹ ਦੇ ਵਿੱਚ ਜਿਵੇਂ ਧਰਮਸ਼ਾਲਾ ਹੁੰਦੀ ਹੈ, ਬਹੁਤ ਸਾਰੇ ਲੋਕ ਉੱਥੇ ਰੁਕੇ ਨੇ, ਵੱਡਾ ਸਾਰਾ ਹਾਲ ਹੈ। ਔਰ ਜਦੋਂ ਪਹੁੰਚੇ ਇੱਕ ਆਵਾਜ਼ ਆਈ ਕਿ ਭਈ ਇਹ ਜਿਹੜੀਆਂ ਪੰਡਾਂ ਤੁਸੀਂ ਆਪਣੇ ਚੁੱਕੀਆਂ ਨੇ, ਇਹਨਾਂ ਨੂੰ ਕਿੱਲੀਆਂ 'ਤੇ ਟੰਗ ਦਿਓ। ਔਰ ਸੁਪਨੇ ਵਿੱਚ ਵੇਖ ਰਿਹਾ ਕਿ ਜਿਹੜੇ ਲੋਕ ਬੜੇ ਵੱਡੇ ਵੱਡੇ ਸੁਖੀ ਦਿਸਦੇ ਸਨ, ਆਂਢੀ ਗੁਆਂਢੀ, ਉਹਨਾਂ ਨੇ ਚਾਰ ਚਾਰ ਪੰਡਾਂ ਚੁੱਕੀਆਂ ਨੇ, ਉਹਨਾਂ ਨੂੰ ਕਿੱਲੀਆਂ ਨਾਲ ਟੰਗ ਦਿੱਤੀਆਂ। ਫਿਰ ਆਵਾਜ਼ ਆਈ ਕਿ ਇਹ ਜਿਹੜੀਆਂ ਪੰਡਾਂ ਨੇ ਅਸਲ ਵਿੱਚ ਦੁੱਖਾਂ ਦੀਆਂ ਪੰਡਾਂ ਨੇ, ਭਈ ਇੱਕ ਦੂਜੇ ਨਾਲ ਕੋਈ ਬਦਲਣਾ ਚਾਹੁੰਦਾ ਤਾਂ ਬਦਲ ਵੀ ਲਵੇ। ਕਹਿੰਦੇ ਫਕੀਰ ਉੱਠਿਆ, ਫਟਾਫਟ ਭੱਜਿਆ ਕਿ ਮੈਨੂੰ ਤਾਂ ਆਪਣੀ ਪੰਡ ਠੀਕ ਹੈ, ਇਹ ਤੇ ਚਾਰ ਚਾਰ ਚੁੱਕੀ ਫਿਰਦੇ ਨੇ ਜਿਨ੍ਹਾਂ ਨੂੰ ਮੈਂ ਸੁਖੀ ਸਮਝਦਾ। ਇੱਥੇ ਸਤਿਗੁਰੂ ਜੀ ਰਾਤ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਇਸ ਕੂੜੀ ਨੂੰ ਸਮਝਾ ਰਹੇ ਨੇ, ਨਾਲੇ ਇਹ ਜਿਵੇਂ ਜਿਵੇਂ ਬਚਨ ਸੁਣ ਰਿਹਾ ਹੈ ਬਿਲਕੁਲ ਚੁੱਪ ਹੋ ਕੇ ਸੁਣ ਰਿਹਾ ਹੈ, ਉਵੇਂ ਉਵੇਂ ਇਹਦੇ ਅੰਦਰ ਠੰਡ ਵਰਤਦੀ ਹੈ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਕਿ ਅਸਲ ਵਿੱਚ ਗੁਰੂ ਨੂੰ ਮਿਲ ਕੇ ਜੇ ਠੰਡ ਪਵੇ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਇਹਦੇ ਤਨ ਦੇ ਉੱਤੇ ਦੁੱਖ ਭਾਵੇਂ ਬੜਾ ਹੈ, ਪਰ ਅੰਦਰੋਂ ਇਹ ਨਿਹਾਲ ਹੋ ਰਿਹਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਭਈ ਹਾਲਤ ਹੋਈ ਕਿਵੇਂ, ਤੇ ਹਰ ਇੱਕ ਮਨੁੱਖ ਦੀ ਹੁੰਦੀ ਕਿਵੇਂ ਹੈ। ਤਪ ਸਾਰੇ ਰਹੇ ਨੇ ਨਾ ਜੀ। ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਪੱਕਾ ਰੋਗੀ ਕੂੜੀ, ਉਦਾਹਰਨ ਉੱਥੇ ਕੂੜੀ ਦੀ ਦਿੱਤੀ ਕਿ ਜਿੰਦੇ ਤਨ ਵਿੱਚੋਂ, ਜਿੰਦੇ ਮਨ ਵਿੱਚੋਂ ਪਰਮੇਸ਼ਰ ਦੀ ਬਾਣੀ ਭੁੱਲ ਜੇ, ਗੁਰੂ ਦੀ ਬਾਣੀ ਭੁੱਲ ਜੇ, ਉਹ ਫਿਰ ਉਹਦੀ ਹਾਲਤ ਇਸੇ ਰੋਗੀ ਤਰ੍ਹਾਂ ਹੈ। ਕੁਰਲਾਉਂਦਾ ਹੈ ਜ਼ਰੂਰ, ਭਾਵੇਂ ਉੱਚੀ ਬੋਲ ਕੇ ਮੂੰਹ ਤੋਂ ਨਾ ਕੁਰਲਾਏ, ਪਰ ਅੰਦਰੋਂ ਤਪਦਾ ਹੀ ਹੈ, ਅੰਦਰੋਂ ਉਹ ਵਿਲਕਦਾ ਹੀ ਹੈ। ਬਹੁਤਾ ਬੋਲਣ ਚਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ। ਹੁਣ ਗੁਰੂ ਸਾਹਿਬ ਜੀ ਜਦੋਂ ਕੁਝ ਸਮਝਾਉਂਦੇ ਨੇ, ਇਹ ਕੋੜੀ ਕਈ ਵਾਰੀ ਵਿੱਚੋਂ ਰੋਂਦਾ ਹੋਇਆ ਲਾਂਭਾ ਵੀ ਦੇ ਦਿੰਦਾ ਕਿ ਸੰਤ ਜੀ ਮੈਂ ਤਾਂ ਕਦੇ ਕਿਸੇ ਦਾ ਮਾੜਾ ਵੀ ਨਹੀਂ ਕੀਤਾ, ਪਰ ਰੱਬ ਨੇ ਐਡੀ ਵੱਡੀ ਬਿਮਾਰੀ ਮੈਨੂੰ ਲਾਈ, ਪਤਾ ਨਹੀਂ ਕਿਉਂ, ਕਿਉਂਕਿ ਜਿਹੜੇ ਕੁਕਰਮ ਕੀਤੇ ਨੇ ਉਹ ਤਾਂ ਫਿਰ ਵੀ ਭੁੱਲ ਗਿਆ। ਔਰ ਕਹਿੰਦਾ ਮੈਂ ਕਦੇ ਕਿਸੇ ਦਾ ਮਾੜਾ ਵੀ ਨਹੀਂ ਕੀਤਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹਨੂੰ ਉਲਾਂਭੇ ਨਾ ਦੇ,
क्योंकि जेड़े कर्म तू कीते ने फल तो तेन कर्मां दा मिलिया है। और सतगुरु जी का पावन बचन धन गुरु अर्जन देव जी कहते हैं, कतक कर्म कमावणे दोष न काऊं जोग, परमेश्वर ते भुलिया व्यापन सभे रोग। ये अपने कीते हुए कर्मां दा ही फल है भाई। रब तो भुल के कर्म जिहड़े कीते ने ये भुले हुए हैं ते ये कीते हुए कर्मां दा ही फल है। उन्होंने उलांबे ना दे, बहुता बोलना झक मारनी है। क्योंकि विण बोले जाने सब सोए, बिना बोलों तो भी तेरे अंदर दी कुतुरतां नूं तो जानता है। सतगुरु जी कृपा के करके समझाते ने, जिन कन कीते अखी नाक, जिन जिहबा दिते बोले तात। सतगुरु कहते हैं भलिया जेड़े रब ने परमेश्वर ने एडा सोहना शरीर दिता, एक कन दिते, तो हुण अपने आप नूं पुछ के देख, ना कन्नां नूं पुछ के देख अज तक सुनिया की। ये अखां रब ने दित्तियां, ते कदे पुछ के देख ना अखां नाल तू अज तक वेखिया की कुछ है। ये जो कुछ तू वेखदा आया है, सुनदा आया है, इस वास्ते थोड़ी दित्तियां सन। और धन गुरु अमरदास सच्चे पातशाह जी रोज़ सानू समझाउण वास्ते आवाज़ मार के कहंदे ने, ये नेत्रो मेरे हो सच है, सुनने नूं पठाए सच्चे रब ने परमेश्वर ने तुहानूं सुनने वास्ते भेजा है। तो सुनना की है? सुनो सत बाणी। पर भाई तू सुनिया कि कदे विचार करके देख। इन्हां अखां नाल वेखिया कि नक तैनूं रब ने परमेश्वर ने एडा सोहना शरीर दिता, जिन जिहबा दिती बोले तात। जेड़े रब ने परमेश्वर ने ये जीभ दिती, ते जीभ नाल बोलिया कि अज तक दिते कहदे लई सी। ते जे जीभ लैके उस परिपूर्ण परमात्मा के बंदियां तू गुणां नूं गाया ही नहीं, इस जीभ नाल जपिया ही नहीं, ते सतगुरु दा पावन बचन है। फिर इवें दे जीभ नूं कहंदे तिल तिल करके कट देना चाहिए है। जिहवा जपे ना नाम, तिल तिल कर कटिए, इनके टुकड़े करके सुट देना चाहिए। करना की है? कहते जेड़े परमात्मा ने रब ने ये जीव दी, जेड़े बोले तात। तात दे अर्थ वैसे बहुत ने। तात माता पिता नूं भी कहा गया है, जिवें धन गुरु कलगीधर पातशाह जी दे पावन बचन आपां पढ़ने हैं, तात मात मुर अलख अराधा। तात दे अर्थ भावें बहुत ने, पर इत्थे विद्वानां ने तात दे अर्थ कीते ने छेती छेती बोलना, जिन्हों आप आम सीधे भाषा च कहने कि लतर लतर करके बोलता है। ये जबान लतर लतर करके बोलती है छेती छेती। जिन मन राखिया अग्नि पाए। सतगुरु जी कहते हैं जेड़े रब ने परमेश्वर ने शरीर साजिया, शरीर दे विच एक मन भी टिकाया। मन वैसे कोई वेखण वाली चीज़ नहीं, एक फुरना है। उस माता दे उदर विच अग दे विच इस शरीर दे विच इस मन नूं टिका के रखिया। जिन मन राखिया अग्नि पाए, वाजै पौण आखै सब जाए। हुण पौण की है जी? सीधा शब्द वरते ते सवास। ये पौण की है? वाजा वज रहे ना, जिन्हों धन गुरु अमरदास सच्चे पातशाह जी रोज़ समझाते हैं। हर जियो गुफा अंदर रख के। और इत्थे एक बेनती होर करते हैं कि बहुत सारे नूं हर जियो पढ़ते हैं। हर जियो आउंदा बहुत थावां ते आउंदा, पर इत्थे नहीं। इत्थे हर ते विश्राम है। हर जियो गुफा अंदर रख के, इत्थे जियो दा अर्थ है जिंद। इस गुफा के शरीर रूपी गुफा के विच रख के परमेश्वर ने वाजा पवन वजाया। वो पवन पवन का वाजा हवा सुवास चला देते। वाजै पवन आखै सब जाए। हुण सतगुरु जी कृपा करके अगे समझाते हैं कि जेता मोह प्रीत स्वाद। ये संसार का जोड़ा मोह है, जिन्नियां प्रीतां ने, जिन्ने ये स्वाद बड़े चखे ने, रसना ने। पर कहते याद रखी सजना के सब्बा कालख दागा दाग। इन्हां सारिਆਂ ਦੇ ਨਾਲ केवल तो केवल तेरे मत्थे ते दाग ही लगने ने, चखी जिन्हें मर्जी आ। और गुरु साहब जी ने फिर कृपा की,
ਦਾਗ ਦੋਸ ਮੋਹ ਚੱਲਿਆ ਲਾਏ। ਤੇ ਇਹ ਜਿਹੜੇ ਦਾਗ ਲੱਗੇ ਨੇ ਮੱਥੇ ਤੇ ਮੂੰਹ ਤੇ, ਇਹਨੂੰ ਲੈ ਕੇ ਚੱਲ ਪਿਆ ਉਸ ਰੱਬ ਦੀ ਦਰਗਾਹ ਤੇ। ਦਾਗ ਦੋਸ ਮੋਹ ਚੱਲਿਆ ਲਾਏ, ਦਰਗਾਹ ਬੈਸਣ ਨਾਹੀਂ ਜਾਏ। ਤੇ ਕਦੇ ਇਹ ਮਤਾ ਸੋਚੀ ਕਿ ਉੱਥੇ ਬੈਠਣ ਵਾਸਤੇ ਬਹੁਤ ਸੋਹਣੀ ਥਾਂ ਕਿਤੇ ਮਿਲ ਜਾਏਗੀ। ਕਰਮ ਮਿਲਾਏ ਆਖਣ ਤੇਰਾ ਨਾਉ। ਅਖੀਰਲੀਆਂ ਪੰਕਤੀਆਂ 'ਚ ਗੁਰੂ ਸਾਹਿਬ ਜੀ ਕਹਿੰਦੇ ਭਾਈ ਜਪਿਆ ਕਰ, ਪਰ ਤੇਰਾ ਨਾਂ ਆਖਣ ਨੂੰ ਕਿਸੇ ਨੂੰ ਮਿਲ ਜੇ, ਇਹ ਤੇਰਾ ਕਰਮ ਹੋਵੇ, ਤੇਰੀ ਬਖਸ਼ਿਸ਼ ਹੋਵੇ। ਕਰਮ ਦੇ ਮੰਮੇ ਨੂੰ ਸਿਆਰੀ ਹੈ, ਫਾਰਸੀ ਦਾ ਲਫ਼ਜ਼ ਹੈ। ਕਰਮ ਦਾ ਅਰਥ ਤੇ ਬਖਸ਼ਿਸ਼ ਹੈ। ਕਰਮ ਮਿਲਾਏ ਆਖਣ ਤੇਰਾ ਨਾਉ, ਤੇਰੀ ਬਖਸ਼ਿਸ਼ ਹੋਵੇ ਤੇ ਤੇਰਾ ਨਾਮ ਜਪਣ ਨੂੰ ਮਿਲਦਾ ਹੈ। ਜਿਤ ਲਗ ਤਰਨਾ ਹੋਰ ਨਹੀਂ ਥਾਉ, ਤੇ ਤੇਰਾ ਨਾਮ ਉਹ ਹੈ ਜਿੰਦੇ ਲੜ ਲੱਗ ਕੇ ਜਿਹਨੂੰ ਜਪ ਕੇ ਇਸ ਭਵ ਸਾਗਰ ਤੋਂ ਤਰ ਸਕੀਦਾ ਹੈ। ਹੋਰ ਕੋਈ ਥਾਂ ਨਹੀਂ, ਕੋਈ ਟਿਕਾਣਾ ਨਹੀਂ। ਜੇ ਕੋ ਡੁੱਬੈ ਫਿਰ ਹੋਵੈ ਸਾਰ। ਹੁਣ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਵੀ ਨੇ, ਧਰਵਾਸ ਵੀ ਦਿੰਦੇ ਨੇ ਕਿ ਦੇਖੋ ਜੇ ਬੜੇ ਬੜੇ ਵੱਡੇ ਪਾਪ ਵੀ ਹੋ ਗਏ, ਕੁਕਰਮ ਵੀ ਹੋ ਗਏ। ਅੱਜ ਗੁਰੂ ਸਾਹਿਬ ਜੀ ਫਿਰ ਕਹਿੰਦੇ ਨੇ, ਗੁਰੂ ਕੇ ਸਿੱਖਾ ਫਿਰ ਵੀ ਨਾ ਘਬਰਾਈ, ਬਸ ਉਹਨਾਂ ਪਾਪਾਂ ਤੋਂ ਇੱਕ ਵਾਰੀ ਤੋਬਾ ਕਰਕੇ ਮੇਰੇ ਗੁਰੂ ਦੇ ਸ਼ਰਨ ਵਿੱਚ ਆ ਜੀ। ਇੱਥੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਚੱਲ ਕੇ ਜਾਂਦੇ ਨੇ, ਕੂੜੀ ਕੂੜੋਂ ਦਾ ਪਾਰ ਉਤਾਰਾ ਕਰਨਾ ਹੀ ਕਰਨਾ ਹੈ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜਾ ਸ਼ਰਨ ਵਿੱਚ ਆ ਜੇ, ਤੋਬਾ ਕਰਕੇ ਆ ਜੇ, ਪਾਪਾਂ ਦੇ ਵਿੱਚ ਡੁੱਬਿਆ ਹੋਵੇ, ਮੇਰਾ ਗੁਰੂ ਫਿਰ ਵੀ ਉਹਦੀ ਸੰਭਾਲ ਕਰਦਾ ਹੈ, ਸਾਰ ਕਰਦਾ ਹੈ। ਜੇ ਕੋ ਡੁੱਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ। ਤੇ ਧੰਨ ਗੁਰੂ ਨਾਨਕ ਦੇਵ ਜੀ ਸਮਝਾਉਂਦਿਆਂ ਹੋਏ ਕਹਿੰਦੇ ਨੇ ਭਾਈ ਉਹ ਜਿਹੜਾ ਸਾਰਿਆਂ ਦਾ ਦਾਤਾ ਹੈ ਨਾ, ਸਾਰਿਆਂ ਨੂੰ ਸੁੱਖ ਦੇਣ ਵਾਲਾ ਹੈ, ਉਹ ਫਿਰ ਵੀ ਸਾਰ ਕਰਦਾ, ਕੇਵਲ ਉਹਦੇ ਸ਼ਰਨ ਵਿੱਚ ਇੱਕ ਵਾਰੀ ਆਪ ਸਹੀ। ਸ੍ਰੀ ਗੁਰ ਸਰਬ ਸ਼ਬਦ ਮੁਖ ਭਣਾ, ਤੂਸ਼ਣ ਕਰ ਕੁਸ਼ਟੀ ਨਾ ਸੁਣਾ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਰਾ ਸ਼ਬਦ ਪਹਿਲੋਂ ਗਾਇਨ ਕੀਤਾ, ਫਿਰ ਇਹਦੇ ਅਰਥ ਸੁਣਾਏ। ਔਰ ਉਸ ਕੋੜੀ ਨੂੰ ਸੁਣ ਕੇ ਇੰਨੇ ਕੁ ਠੰਡ ਪਈ, ਉਹ ਬਿਲਕੁਲ ਚੁੱਪ ਹੋ ਗਿਆ। ਤਨ ਦਾ ਰੋਗ ਵੀ ਦੂਰ ਹੁੰਦਾ ਰਿਹਾ, ਔਰ ਬਿਲਕੁਲ ਚੁੱਪ ਹੋ ਕੇ ਸ਼ਬਦ ਨੂੰ ਸੁਣਿਆ। ਭਏ ਦੇਹ ਤਤਕਾਲ ਅਰੋਗੰ, ਬਿਨਸ ਗਏ ਮਨ ਕੇ ਸਭ ਸੋਗੰ। ਕਹਿੰਦੇ ਉਸ ਕੋੜੀ ਦਾ ਕੋੜ ਵੀ ਦੂਰ ਹੋ ਗਿਆ, ਤਨ ਦਾ ਰੋਗ ਵੀ ਦੂਰ ਹੋਇਆ, ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਮਨ ਦੇ ਰੋਗ ਵੀ ਦੂਰ ਕਰ ਦਿੱਤੇ। ਨਿਰਮਲ ਭਏ ਮਨਿਕਾ ਤਬਹਿ, ਮਨ ਮਲੇਣਤਾ ਨਾਸੇ ਸਭਹਿ। ਇਹਦਾ ਸਰੀਰ ਬਿਲਕੁਲ ਨਵਾਂ ਨਰੋਇਆ, ਨਿਰਮਲ ਹੋ ਗਿਆ। ਮਨ ਦੇ ਸਾਰੇ ਮਲੀਨਤਾ ਗੁਰੂ ਦੇ ਸ਼ਬਦ ਨੇ ਅੰਦਰੋਂ ਧੋ ਕੇ ਬਾਹਰ ਕੱਢ ਦਿੱਤੀ, ਕਿਉਂਕਿ ਮਨ ਦੇ ਅੰਦਰ ਦੀ ਮੈਲ ਜਿਹੜੀ ਹੈ, ਗੁਰੂ ਸਾਹਿਬ ਨੇ ਪਾਵਨ ਬਚਨ ਵੀ ਕਹੇ ਨੇ, ਇਹ ਧੁੱਪ ਹੈ, ਨਾਮੈ ਕੈ ਰੰਗ, ਬਸ ਨਾਮ ਦਾ ਰੰਗ ਚੜ੍ਹ ਗਿਆ। ਭਏ ਭੌਰ ਪਾਹਲ ਪਗ ਲੈਨੀ, ਹਿਰਦੈ ਜਾਗੇ ਭਗਤ ਨਵੀਨੀ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਹਨੇ ਹੱਥ ਜੋੜ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚੋਂ ਚਰਨ ਪਹੁ ਲਈ, ਗੁਰੂ ਦੀ ਸਿੱਖੀ ਨੂੰ ਧਾਰਨ ਕੀਤਾ। ਹਿਰਦੇ ਦੇ ਵਿੱਚ ਭਗਤੀ ਦੀ ਭਾਵਨਾ, ਪ੍ਰੇਮ ਦੀ ਭਾਵਨਾ ਜਿਹੜੀ ਉਹ ਜਾਗ ਪਈ। ਪ੍ਰਗਟੇ ਨਗਰ ਵਿਖੈ ਸੁਧ ਸੋ, ਪਿਕਣ ਦਰਸ ਆਏ ਸਭ ਕੋ। ਤੇ ਇਹ ਜਿਹੜਾ ਸੱਤ ਘਰਾ ਪਿੰਡ ਹੈ, ਜਿਹਨੂੰ ਨੇਪਾਲਪੁਰ ਵੀ ਕਿਹਾ ਜਾਂਦਾ ਹੈ, ਸੱਤ ਕੁ ਘਰ ਸਨ। ਇਹ ਖਬਰ ਸਵੇਰੇ ਸਵੇਰੇ ਸਾਰਿਆਂ ਨੂੰ ਪਤਾ ਲੱਗ ਗਈ ਕਿ ਜਿਹੜੇ ਸੰਤ ਜੀ ਰਾਤ ਆਏ ਸਨ, ਉਹਨਾਂ ਤੇ ਉਹ ਬਾਹਰ ਬੈਠੇ ਹੋਏ ਕੋੜੀ ਦਾ ਕੂੜ ਦੂਰ ਕਰ ਦਿੱਤਾ ਹੈ। ਜਿਨ੍ਹਾਂ ਨੇ ਰਾਤ ਰਹਿਣ ਵਾਸਤੇ ਥਾਂ ਨਹੀਂ ਦਿੱਤੀ, ਕਿਤੇ ਬੈਠਣ ਨਹੀਂ ਦਿੱਤਾ, ਉਹ ਸਾਰੇ ਘਰਾਂ ਦੇ ਵਿੱਚੋਂ ਭੱਜ ਕੇ ਆਏ, ਗੁਰੂ ਸਾਹਿਬ ਦੇ ਆ ਕੇ ਦਰਸ਼ਨ ਕਰਦੇ ਨੇ। ਆਨ ਉਪਾਇਣ ਤਰੈ ਅਗਾਰੀ, ਸੰਤੋ ਬਖਸ਼ੋ ਭੂਲ ਹਮਾਰੀ। ਨਾਲੇ ਆਪਣੇ ਘਰਾਂ ਦੇ ਵਿੱਚੋਂ ਭੇਟਾ ਲਿਆਏ, ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖੀ, ਤੇ ਨਾਲੇ ਹੱਥ ਜੋੜ ਜੋੜ ਕੇ ਸਾਰੇ ਕਹਿੰਦੇ ਨੇ, ਹੇ ਸੰਤ ਜੀ ਸਾਨੂੰ ਬਖਸ਼ ਦਿਓ, ਸਾਡੇ ਕੋਲੋਂ ਰਾਤ ਬੜੀ ਵੱਡੀ ਭੁੱਲ ਹੋ ਗਈ, ਤੁਹਾਨੂੰ ਰਾਤ ਰਹਿਣ ਵਾਸਤੇ ਥਾਂ ਨਹੀਂ ਦਿੱਤੀ। ਜਿਹੜੇ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਨੇ, ਉਹਨਾਂ ਨੂੰ ਅਸੀਂ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ।
ਸੇਵਕ ਕਰਿਐ ਸ਼ਰਨ ਤੁਮਾਰੇ, ਦਰਸ ਅਮੋਗੰ ਪਰ ਉਪਕਾਰੇ। ਤੁਸੀਂ ਪਰ ਉਪਕਾਰੀ ਹੋ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਕਿਰਪਾ ਕਰੋ, ਸੇਵਕ ਕਰੀਏ, ਸਾਨੂੰ ਵੀ ਆਪਣੇ ਸਿੱਖ ਬਣਾ ਲਓ, ਸਾਨੂੰ ਵੀ ਸੇਵਕ ਬਣਾ ਲਓ। ਸੁਨ ਕਾਰ ਤਿਨ ਕੇ ਬਿਨੈ ਵਿਸਾਲਾ, ਸਭ ਕੋ ਪਹੁੜ ਦੇ ਤਤਕਾਲਾ। ਤੇ ਭਾਈ ਬਾਲਾ ਜੀ ਸੁਨਾਰੇ ਨੇ ਕਿ ਇਹ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਦੀ ਜਦੋਂ ਬੇਨਤੀ ਨੂੰ ਸੁਣਿਆ, ਅੰਦਰੋਂ ਨਿਮਾਣੇ ਹੋਏ ਜਾਣੇ, ਇਹਨਾਂ ਸਾਰੇ ਪਿੰਡ ਵਾਲਿਆਂ ਨੂੰ ਚਰਨ ਪਹੁਲ ਦੇ ਕੇ ਸਿੱਖੀ ਬਖਸ਼ੀ। ਸਤਨਾਮ ਕੋ ਜਾਪ ਸੁਣਾਇਓ, ਕਰਨੋ ਨਿਤ ਸਤ ਸੰਗ ਬਤਾਇਓ। ਸਤਨਾਮ ਦਾ ਸਿਮਰਨ ਦ੍ਰਿੜ ਕਰਵਾਇਆ। ਸਤਿਗੁਰੂ ਜੀ ਕਹਿੰਦੇ ਨੇ ਵੀ ਸਵੇਰੇ ਸ਼ਾਮ ਰੋਜ਼ ਸੰਗਤ ਵਿੱਚ ਆਇਆ ਕਰੋ। ਬਹੁ ਰੋਕੇ ਨੋ ਗਮਨ ਆਗਾਰੇ, ਤਿੰਨ ਚਰਨ ਪਰ ਕਉ ਬਲਹਾਰੇ। ਸਤ ਸੰਗਤ ਕਿਵੇਂ ਕਰਨੀ ਹੈ, ਨਾਮ ਕਿਵੇਂ ਜਪਣਾ ਹੈ, ਸਤਿਗੁਰੂ ਜੀ ਕੁਝ ਦਿਨ ਰਹਿ ਕੇ ਆਪ ਜਪਾਉਂਦੇ ਨੇ, ਸਤ ਸੰਗਤ ਕਰਾਉਂਦੇ ਨੇ। ਉੱਥੋਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਫਿਰ ਅੱਗੇ ਦੀ ਤਿਆਰੀ ਕੀਤੀ, ਅੱਗੇ ਜਾਣ ਲੱਗੇ ਨੇ। ਅਤੇ ਕਵੀ ਸੰਤੋਖ ਸਿੰਘ ਜੀ ਇੱਥੇ ਅਧਿਆਇ ਨੂੰ ਖਤਮ ਕਰਦੇ ਹੋਏ ਲਿਖਦੇ ਨੇ, ਐਸੇ ਸਤਿਗੁਰੂ ਦੇ ਚਰਨਾਂ ਵਿੱਚ ਕਵੀ ਸੰਤੋਖ ਸਿੰਘ ਦੀ ਨਮਸਕਾਰ ਹੈ। ਅੱਗੇ ਸਤਿਗੁਰੂ ਜੀ ਨੇ ਏਮਨਾਬਾਦ ਨੂੰ ਜਾਣਾ ਹੈ, ਉਹ ਜਿਵੇਂ ਕਿਰਪਾ ਕਰਨਗੇ। ਕੱਲ੍ਹ ਵਿਚਾਰਾਂਗੇ ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ